साल तो लगातार हर रोज़ बहुत ही ज़्यादा नशा करते सन ਅਤੇ ਨਸ਼ੇ ਦੀਆਂ ਗੋਲੀਆਂ ਵੀ ਖਾਂਦੇ ਸਨ, ਜਿਸ ਕਰਕੇ ਸਾਰਾ ਪੈਸਾ ਨਸ਼ੇ ਵਿੱਚ ਹੀ ਖਰਾਬ ਕਰ ਦਿੰਦੇ ਸਨ। ਇਹਨਾਂ ਦੀ ਫੈਮਿਲੀ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੀ ਸੀ। ਕਿਸੇ ਨੇ ਇਹਨਾਂ ਨੂੰ ਫਰੀਦਕੋਟ ਚਰਚ ਬਾਰੇ ਦੱਸਿਆ ਅਤੇ 1 ਮਹੀਨੇ ਤੋਂ ਲਗਾਤਾਰ ਚਰਚ ਆ ਰਹੇ ਹਨ। ਜਦੋਂ ਇਹ ਵੀਰਵਾਰ ਕਰੂਸੇਡ ਵਿੱਚ ਚਰਚ ਆਏ ਤਾਂ ਮੈਨ ਆਫ ਗੋਡ ਜੀ ਨੇ ਚਰਚ ਨੂੰ ਸ਼ਬਦ ਦਿੱਤੇ ਕਿ ਤੁਹਾਨੂੰ ਨਸ਼ੇ ਦੀਆਂ ਦੁਸ਼ਟ ਆਤਮਾ ਛੱਡ ਕੇ ਜਾ ਰਹੀਆਂ ਹਨ। ਇਸ ਭਰਾ ਨੇ ਉਹਨਾਂ ਸ਼ਬਦਾਂ ਨੂੰ ਦਿਲ ਤੋਂ ਰਿਸੀਵ ਕੀਤਾ ਅਤੇ ਹੁਣ ਪਰਮੇਸ਼ਰ ਨੇ ਇਹਨਾਂ ਦੇ ਦਿਲ ਨੂੰ ਬਦਲ ਦਿੱਤਾ ਹੈ। ਹੁਣ ਇਹਨਾਂ ਦਾ ਦਿਲ ਨਸ਼ੇ ਨੂੰ ਬਿਲਕੁਲ ਵੀ ਨਹੀਂ ਕਰਦਾ ਤੇ ਹੁਣ ਇਹਨਾਂ ਦੀ ਫੈਮਿਲੀ ਬਹੁਤ ਖੁਸ਼ ਹੈ। ਇਸ ਵੱਡੀ ਗਵਾਹੀ ਲਈ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਤੁਸੀਂ ਲਿਖਿਆ ਹੈ ਕਿ 15 ਸਾਲ ਤੋਂ ਤੁਸੀਂ ਲਗਾਤਾਰ ਨਸ਼ਾ ਕਰਦੇ ਸੀਗੇ। ਹਾਂਜੀ। ਤੁਸੀਂ ਦਾਰੂ ਵੀ ਪੀਂਦੇ ਸੀਗੇ? ਹਾਂ, ਪੀ ਲੈਂਦੇ। ਤੁਸੀਂ ਹਰ ਰੋਜ਼ ਗੋਲੀਆਂ ਖਾਂਦੇ ਸੀਗੇ? ਹਾਂ, ਗੋਲੀਆਂ ਦਾ ਨਸ਼ਾ ਕਰਦੇ ਸੀਗੇ ਤੁਸੀਂ। ਹਾਂਜੀ। ਔਰ ਤੁਸੀਂ ਲਗਾਤਾਰ ਨਸ਼ਾ ਕਰਦੇ ਸੀਗੇ। ਤੁਸੀਂ ਡਾਕਟਰ ਤੋਂ ਦਵਾਈ ਵੀ ਖਾਧੀ ਨਸ਼ਾ ਛੱਡਣ ਦੇ ਲਈ, ਪਰ ਕਿਸੇ ਦਵਾਈ ਨੇ ਕੋਈ ਵੀ ਅਸਰ ਨਹੀਂ ਕੀਤਾ। ਹਾਂਜੀ। ਤੁਹਾਡੀ ਫੈਮਿਲੀ ਇਸ ਚੀਜ਼ ਨੂੰ ਲੈ ਕੇ ਬਹੁਤ ਪਰੇਸ਼ਾਨ ਸੀਗੇ। ਹਾਂਜੀ ਹਾਂਜੀ। ਔਰ ਤੁਹਾਨੂੰ ਉਸ ਤੋਂ ਬਾਅਦ ਕਿਸੇ ਨੇ ਚਰਚ ਦੇ ਬਾਰੇ ਦੱਸਿਆ। ਹਾਂਜੀ। ਤੁਸੀਂ ਚਰਚ ਵਿੱਚ ਆਉਣਾ ਸਟਾਰਟ ਕੀਤਾ। ਤੁਸੀਂ ਲਗਾਤਾਰ ਚਰਚ ਦੇ ਵਿੱਚ ਆਉਂਦੇ ਰਹੇ। ਹਾਂਜੀ। ਔਰ 2 ਤਰੀਕ ਨੂੰ ਜੋ ਵੀਰਵਾਰ ਕਰੂਸੇਡ ਹੋਇਆ ਸੀਗਾ, ਤੁਸੀਂ ਉਸ ਦੇ ਵਿੱਚ ਆਏ। ਹਾਂਜੀ। ਤੇ ਮੈਨ ਆਫ ਗੋਡ ਨੇ ਨਸ਼ੇ ਦੀਆਂ ਦੁਸ਼ਟ ਆਤਮਾਵਾਂ ਨੂੰ ਡਾਂਟਿਆ। ਮੈਨ ਆਫ ਗੋਡ ਨੇ ਕਿਹਾ ਕਿ ਨਸ਼ੇ ਦੀਆਂ ਦੁਸ਼ਟ ਆਤਮਾਵਾਂ ਤੁਹਾਨੂੰ ਛੱਡ ਕੇ ਜਾ ਰਹੀਆਂ ਨੇ। ਤੁਸੀਂ ਉਹਨਾਂ ਸ਼ਬਦਾਂ ਨੂੰ ਰਿਸੀਵ ਕੀਤਾ। ਤੁਸੀਂ ਲਿਖਿਆ ਕਿ ਉਸ ਤੋਂ ਬਾਅਦ ਤੁਹਾਡਾ ਦਿਲ ਹੀ ਨਹੀਂ ਕੀਤਾ ਕਿ ਤੁਸੀਂ ਨਸ਼ਾ ਕਰੋ। ਹਾਂਜੀ। ਨਹੀਂ, ਉਸ ਤੋਂ ਬਾਅਦ ਤੁਸੀਂ ਬਿਲਕੁਲ ਫ੍ਰੀ ਹੋ ਚੁੱਕੇ ਹੋ। ਹਾਂਜੀ। ਹੁਣ ਕੋਈ ਨਸ਼ਾ ਤਾਂ ਨਹੀਂ ਕੀਤਾ ਨਾ, ਹੁਣ ਵਧੀਆ ਜੀ, ਬਿਲਕੁਲ ਆਜ਼ਾਦ ਹੋ। ਹਾਂਜੀ। ਸਭ ਜਨ ਤਾਰੀਫ ਕਰੋ ਪ੍ਰਭੂ ਦੇ ਨਾਮ ਦੀ। ਇਹ ਗਵਾਹੀ ਹੈ ਕਿ ਇਹਨਾਂ ਉੱਪਰ ਵਿਵਚਾਰ ਦੀਆਂ ਦੁਸ਼ਟ ਆਤਮਾ ਦੇ ਅਟੈਕ ਹੁੰਦੇ ਸੀ, ਜਿਸ ਕਰਕੇ ਉਹ ਦੁਸ਼ਟ ਆਤਮਾਵਾਂ ਇਹਨਾਂ ਤੋਂ ਵਿਵਚਾਰ ਕਰਵਾਉਂਦੀਆਂ ਸਨ। ਇਹ ਬਹੁਤ ਜ਼ਿਆਦਾ ਪਾਪ ਵਿੱਚ ਚਲੇ ਗਏ ਕਿਉਂਕਿ ਦੁਸ਼ਟ ਆਤਮਾ ਇਹਨਾਂ ਨੂੰ ਪਾਪ ਕਰਨ ਲਈ ਮਜਬੂਰ ਕਰਦੀਆਂ ਸੀ ਅਤੇ ਇਹਨਾਂ ਦਾ ਆਪਣੀ ਵਾਈਫ ਨਾਲ ਪਿਆਰ ਘਟ ਗਿਆ। ਆਪਣੀ ਪਤਨੀ ਨਾਲ ਗੱਲ ਕਰਨਾ ਵੀ ਇਹ ਪਸੰਦ ਨਹੀਂ ਕਰਦੇ ਸਨ। ਇਹਨਾਂ ਨੂੰ ਦੁਸ਼ਟ ਆਤਮਾਵਾਂ ਸੁਪਨੇ ਵਿੱਚ ਆ ਕੇ ਕਹਿੰਦੀਆਂ ਸੀ ਕਿ ਮੈਂ ਤੈਨੂੰ ਤੇਰੀ ਪਤਨੀ ਤੋਂ ਅਲੱਗ ਕਰ ਦੇਣਾ ਹੈ। ਉਸ ਤੋਂ ਬਾਅਦ ਇਹ ਭਰਾ ਚਰਚ ਆਏ ਅਤੇ ਪਾਸਟਰ ਜੀ ਤੋਂ ਲੇਹੈਂਡ ਕਰਵਾਈ। ਲੇਹੈਂਡ ਕਰਾਉਣ ਸਮੇਂ ਪਾਸਟਰ ਜੀ ਨੇ ਉਹਨਾਂ ਦੁਸ਼ਟ ਆਤਮਾਵਾਂ ਨੂੰ ਡਾਂਟਿਆ। ਹੁਣ ਇਹ ਭਰਾ ਦੱਸ ਰਹੇ ਹਨ ਲੇਹੈਂਡ ਪ੍ਰੇਅਰ ਤੋਂ ਬਾਅਦ ਇਹ ਉਹਨਾਂ ਗੰਦੀਆਂ ਵਿਵਚਾਰ ਦੀਆਂ ਦੁਸ਼ਟ ਆਤਮਾਵਾਂ ਤੋਂ ਬਿਲਕੁਲ ਆਜ਼ਾਦ ਹਨ। ਇਸ ਵੱਡੀ ਗਵਾਹੀ ਦੇ ਲਈ ਅਸੀਂ ਸਾਰੇ ਪਰਮੇਸ਼ਰ ਦੇ ਨਾਮ ਨੂੰ ਮਹਿਮਾ ਦਿੰਦੇ ਹਾਂ। ਬ੍ਰਦਰ, ਨਾਮ ਕੀ ਤੁਹਾਡਾ? ਮੰਗਾ ਜੀ। ਕਿੱਥੋਂ ਆਏ ਜੀ? ਵੱਡਾ ਸਿੱਖਾ ਕਲਾਂ ਤੋਂ। ਤੁਸੀਂ ਦੱਸ ਰਹੇ ਹੋ ਕਿ ਤੁਹਾਡੇ ਉੱਪਰ ਵਿਵਚਾਰ ਦੀਆਂ ਦੁਸ਼ਟ ਆਤਮਾਵਾਂ ਕੰਮ ਕਰਦੀਆਂ ਸੀ। ਹਾਂਜੀ। ਔਰ ਤੁਹਾਨੂੰ ਵਾਰ-ਵਾਰ ਵਿਵਚਾਰ ਕਰਨ ਤੇ ਮਜਬੂਰ ਕਰਦੀਆਂ ਸੀ। ਹਾਂਜੀ। ਤੁਸੀਂ ਨਾ ਚਾਹੁੰਦੇ ਹੋਏ ਵੀ ਵਿਵਚਾਰ ਕਰਦੇ ਸੀਗੇ। ਹਾਂਜੀ। ਔਰ ਤੁਹਾਨੂੰ ਪਾਪ ਦੇ ਵੱਲ ਖਿੱਚਦੀਆਂ ਸੀਗੀਆਂ। ਹਾਂਜੀ। ਔਰ ਤੁਹਾਡੀ ਪਤਨੀ ਦੇ ਨਾਲ ਬਹੁਤ ਜ਼ਿਆਦਾ ਪਿਆਰ ਘਟ ਗਿਆ। ਹਾਂਜੀ। ਤੁਸੀਂ ਉਹਨਾਂ ਨਾਲ ਗੱਲ ਕਰਨੀ ਵੀ ਪਸੰਦ ਨਹੀਂ ਕਰਦੇ ਸੀਗੇ। ਹਾਂਜੀ। ਤੁਸੀਂ ਲਿਖਿਆ ਕਿ ਜਦੋਂ ਤੁਸੀਂ ਰਾਤ ਨੂੰ ਸੌਂਦੇ ਸੀਗੇ ਤੇ ਸੁਪਨੇ ਦੇ ਵਿੱਚ ਤੁਹਾਨੂੰ ਦੁਸ਼ਟ ਆਤਮਾਵਾਂ ਆਣ ਕੇ ਕਹਿੰਦੀਆਂ ਸੀਗੀਆਂ ਕਿ ਤੁਹਾਨੂੰ ਔਰ ਤੁਹਾਡੀ ਪਤਨੀ ਨੂੰ ਦੋਨੋਂ ਅਸੀਂ ਅਲੱਗ ਕਰ ਦਿਆਂਗੀਆਂ। ਹਾਂਜੀ। ਔਰ ਉਸ ਤੋਂ ਬਾਅਦ ਤੁਹਾਡੀ ਵਾਈਫ ਇਸ ਚੀਜ਼ ਤੋਂ ਬਹੁਤ ਪਰੇਸ਼ਾਨ ਸੀਗੇ। ਹਾਂਜੀ। ਤੁਹਾਡੇ ਦੋਨਾਂ ਵਿੱਚ ਆਪਸ ਵਿੱਚ ਲੜਾਈ ਝਗੜਾ ਰਹਿੰਦਾ ਸੀਗਾ। ਹਾਂਜੀ। ਉਸ ਤੋਂ ਬਾਅਦ ਤੁਹਾਡੀ ਵਾਈਫ ਤੁਹਾਨੂੰ ਚਰਚ ਦੇ ਵਿੱਚ ਲੈ ਕੇ ਆਈ। ਹਾਂਜੀ। ਔਰ ਜਦੋਂ ਤੁਸੀਂ ਚਰਚ ਦੇ ਵਿੱਚ ਆਏ, ਪਾਸਟਰ ਜੀ ਜਦੋਂ ਪ੍ਰਾਰਥਨਾ ਕਰਦੇ ਸੀਗੇ, ਹਾਂਜੀ, ਹੀਲਿੰਗ ਦੇ ਸ਼ਬਦ ਬੋਲਦੇ ਸੀਗੇ, ਦੁਸ਼ਟ ਆਤਮਾਵਾਂ ਨੂੰ ਡਾਂਟਦੇ ਸੀਗੇ। ਹਾਂਜੀ। ਔਰ ਪਾਸਟਰ ਜੀ ਬੋਲਦੇ ਸੀਗੇ ਕਿ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਵੀ ਵਿਚਾਰ ਦੀਆਂ ਆਤਮਾਵਾਂ ਜਾਂਦੀਆਂ ਰਹਿਣ। ਹਾਂਜੀ। ਤੁਸੀਂ ਦੱਸਿਆ ਕਿ ਜਦੋਂ ਪਾਸਟਰ ਜੀ ਨੇ ਇਹ ਸ਼ਬਦ ਬੋਲਿਆ, ਤੁਸੀਂ ਉਸ ਸ਼ਬਦ ਨੂੰ ਰਿਸੀਵ ਕੀਤਾ। ਹਾਂਜੀ। ਔਰ ਤੁਹਾਡਾ ਮਨ ਟੁੱਟ ਗਿਆ। ਹਾਂਜੀ। ਤੁਸੀਂ ਦੱਸਿਆ ਕਿ ਉਸ ਤੋਂ ਬਾਅਦ ਤੁਸੀਂ ਬਿਲਕੁਲ ਫ੍ਰੀ ਹੋ ਚੁੱਕੇ ਹੋ। ਹਾਂਜੀ, ਫ੍ਰੀ ਹਾਂ ਜੀ। ਵਿਚਾਰ ਦੀ ਆਤਮਾ ਤੁਹਾਨੂੰ ਛੱਡ ਕੇ ਜਾ ਚੁੱਕੀ ਹੈ। ਹਾਂਜੀ, ਫ੍ਰੀ ਹੈ। ਉਸ ਤੋਂ ਬਾਅਦ ਕੋਈ ਵੀ ਵਿਚਾਰ ਨਹੀਂ, ਕੋਈ ਪਾਪ ਨਹੀਂ ਜੀ। ਤੁਹਾਡਾ ਧਿਆਨ ਪ੍ਰਭੂ ਵੱਲ ਹੈ। ਹਾਂਜੀ। ਤੁਸੀਂ ਲਗਾਤਾਰ ਚਰਚ ਦੇ ਨਾਲ ਜੁੜੇ ਹੋਏ ਹੋ। ਹਾਂਜੀ। ਸਭ ਜਨ ਤਾਰੀਫ ਕਰੋ ਪ੍ਰਭੂ ਦੇ ਨਾਮ ਦੀ। ਭਰਾ ਦੀ ਇਹ ਗਵਾਹੀ ਹੈ ਕਿ 2016 ਵਿੱਚ ਇਹਨਾਂ ਦੇ ਮੂੰਹ ਵਿੱਚ ਇੱਕ ਸਾਈਡ ਤੇ ਖੂਨ ਦੀ ਗੰਢ ਬਣ ਗਈ ਸੀ। ਇਹਨਾਂ ਨੇ ਬਹੁਤ ਸਾਰੀਆਂ ਮੈਡੀਸਨ ਵੀ ਖਾਧੀਆਂ ਪਰ ਇਹਨਾਂ ਦੀ ਪ੍ਰੋਬਲਮ ਸੇਮ ਸੀ। ਫਿਰ 1.5 ਮਹੀਨੇ ਬਾਅਦ ਇਹਨਾਂ ਨੂੰ ਗੰਢ ਦਾ ਆਪਰੇਸ਼ਨ ਕਰਵਾਉਣਾ ਪਿਆ। ਆਪਰੇਸ਼ਨ ਕਰਵਾਉਣ ਨਾਲ ਗੰਢ ਕੱਢਣੀ ਪਈ। 5 ਸਾਲ ਬਾਅਦ ਫਿਰ ਦੁਬਾਰਾ ਉਹੀ ਗੰਢ ਇਹਨਾਂ ਦੇ ਮੂੰਹ ਵਿੱਚ ਬਣ ਗਈ ਤੇ ਇੱਕ ਹੋਰ ਗੰਢ ਇਹਨਾਂ ਦੀ ਅੱਖ ਦੇ ਉੱਪਰ ਬਣ ਗਈ। ਇਸ ਬ੍ਰਦਰ ਨੂੰ ਚਰਚ ਆਉਂਦਿਆਂ 9 ਮਹੀਨੇ ਹੋ ਗਏ ਹਨ। ਇਹਨਾਂ ਨੇ ਪ੍ਰਭੂ ਤੇ ਵਿਸ਼ਵਾਸ ਰੱਖਿਆ ਤੇ ਇਸ ਵਾਰ ਕੋਈ ਦਵਾਈ ਨਹੀਂ ਲਈ ਤੇ ਚਰਚ ਤੋਂ ਮਿਲੇ ਅਨੋਇੰਟਿੰਗ ਆਇਲ ਨੂੰ ਰਾਤ ਨੂੰ ਆਪਣੀਆਂ ਗੰਢਾਂ ਦੇ ਉੱਪਰ ਲਗਾਇਆ ਔਰ ਆਇਲ ਲਗਾਉਣ ਤੋਂ ਬਾਅਦ ਸਵੇਰੇ ਉੱਠਦਿਆਂ ਨੂੰ ਇਹਨਾਂ ਦੀਆਂ ਦੋਨੋਂ ਗੰਢਾਂ ਗਾਇਬ ਹੋ ਚੁੱਕੀਆਂ ਸਨ। ਅੱਜ ਇਸ ਬ੍ਰਦਰ ਨੂੰ 15 ਦਿਨ ਹੋ ਗਏ, ਬਿਲਕੁਲ ਠੀਕ ਨੇ ਯਿਸੂ ਨਾਮ ਵਿੱਚ। ਬ੍ਰਦਰ, ਕੀ ਨਾਮ ਤੁਹਾਡਾ? ਅਮਰੀਕ ਸਿੰਘ। ਕਿੱਥੋਂ ਆਏ ਜੀ? ਗੁਰੂਸਰ ਤੋਂ। ਤੁਸੀਂ ਲਿਖਿਆ ਕਿ 2016 ਦੇ ਵਿੱਚ ਤੁਹਾਡੇ ਮੂੰਹ ਦੀ ਇੱਕ ਸਾਈਡ ਤੇ ਖੂਨ ਦੀ ਗੰਢ ਬਣ ਗਈ ਸੀ। ਹਾਂਜੀ, ਬਣ ਗਈ ਸੀ। ਤੁਸੀਂ ਬਹੁਤ ਮੈਡੀਸਨ ਖਾਧੀ ਪਰ ਕੋਈ ਫਰਕ ਨਹੀਂ ਪਿਆ। 1.5 ਸਾਲ ਬਾਅਦ ਤੁਸੀਂ ਉਸ ਗੰਢ ਦਾ ਆਪਰੇਸ਼ਨ ਕਰਵਾਇਆ।
ਹਾਂਜੀ ਆਪਰੇਸ਼ਨ ਕਰਾਇਆ ਸੀ। ਆਪਰੇਸ਼ਨ ਤੋਂ ਬਾਅਦ ਉਹ ਗੰਢ ਕੱਢਣੀ ਪਈ ਹਾਂਜੀ ਹਾਂਜੀ ਔਰ 5 ਸਾਲ ਤੋਂ ਬਾਅਦ ਉਹ ਗੰਢ ਦੁਬਾਰਾ ਫਿਰ ਹੋ ਗਈ ਹਾਂਜੀ ਹਾਂਜੀ ਹੁਣ ਹੋ ਗਈ ਸੀ। ਔਰ ਇੱਕ ਗੰਢ ਹੋਰ ਤੁਹਾਡੀ ਅੱਖ ਦੀ ਉੱਪਰ ਵਾਲੇ ਹਿੱਸੇ ਤੇ ਹੋ ਗਈ ਹਾਂਜੀ ਹੋ ਗਈ ਸਕਤੀ। ਔਰ ਤੁਸੀਂ ਪ੍ਰਭੂ ਤੇ ਵਿਸ਼ਵਾਸ ਰੱਖਿਆ। ਹਾਂਜੀ ਉਸ ਤੋਂ ਬਾਅਦ ਤੁਸੀਂ ਚਰਚ ਆਉਣਾ ਸਟਾਰਟ ਕੀਤਾ। ਹਾਂਜੀ ਤੁਸੀਂ ਉਸ ਤੋਂ ਬਾਅਦ ਕੋਈ ਆਪਰੇਸ਼ਨ ਨਹੀਂ ਕਰਵਾਇਆ। ਨਹੀਂ ਜੀ ਕਰਾਇਆ। ਜਦੋਂ ਤੁਸੀਂ ਚਰਚ ਦੇ ਵਿੱਚ ਆਏ ਪਾਸਟਰ ਜੀ ਸ਼ਬਦ ਬੋਲਦੇ ਸੀਗੇ ਕਿ ਹਾਂਜੀ ਹਰੇਕ ਪ੍ਰਕਾਰ ਦੀ ਰਸੌਲੀ ਹਰੇਕ ਪ੍ਰਕਾਰ ਦੀ ਗੰਢ ਤੁਹਾਡੀ ਲਾਈਫ ਨੂੰ ਛੱਡ ਕੇ ਜਾਂਦੀ ਰਵੇ। ਹਾਂਜੀ ਹਾਂਜੀ ਤੁਸੀਂ ਉਹਨਾਂ ਸ਼ਬਦਾਂ ਤੇ ਵਿਸ਼ਵਾਸ ਕੀਤਾ ਹਾਂਜੀ ਔਰ ਜੋ ਅਨਾਉਂਟਿੰਗ ਆਇਲ ਚਰਚ ਦੇ ਵਿੱਚੋਂ ਤੁਹਾਨੂੰ ਮਿਲਿਆ ਹਾਂਜੀ ਤੁਸੀਂ ਉਸ ਅਨਾਉਂਟਿੰਗ ਆਇਲ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਗਏ। ਹਾਂਜੀ ਹਾਂਜੀ ਤੁਸੀਂ ਲਿਖਿਆ ਕਿ ਰਾਤ ਨੂੰ ਸੌਣ ਦੇ ਵੇਲੇ ਤੁਸੀਂ ਉਸ ਅਨਾਉਂਟਿੰਗ ਆਇਲ ਨੂੰ ਆਪਣੇ ਅੱਖ ਦੇ ਉੱਤੇ ਔਰ ਆਪਣੇ ਮੂੰਹ ਦੀ ਇੱਕ ਸਾਈਡ ਦੇ ਉੱਤੇ ਜੋ ਗੰਢ ਸੀ ਉਸ ਦੇ ਉੱਤੇ ਲਗਾਇਆ ਹਾਂਜੀ ਔਰ ਜਦੋਂ ਤੁਸੀਂ ਸਵੇਰ ਚੈੱਕ ਕੀਤਾ ਤੇ ਦੋਨੋਂ ਗੰਢਾਂ ਝੜ ਚੁੱਕੀਆਂ ਸੀਗੀਆਂ। ਹਾਂਜੀ ਕਿਹਾ ਹੋ ਗਿਆ। ਸਭ ਜਨ ਤਾਰੀਫ ਕਰੋ, ਸਭ ਜਨ ਸਭ ਜਨ ਸਭ ਜਨ। ਹਾਲੇਲੂਇਆ। ਇਸ ਭੈਣ ਦੀ ਇਹ ਗਵਾਹੀ ਹੈ ਕਿ ਇਹਨਾਂ ਦੇ ਹਸਬੈਂਡ ਦੀ ਸੱਜੀ ਅੱਖ ਵਿੱਚ 1.5 ਸਾਲ ਤੋਂ ਚਿੱਟਾ ਮੋਤੀਆ ਸੀ, ਜਿਸ ਕਰਕੇ ਉਹਨਾਂ ਨੂੰ ਬਹੁਤ ਜ਼ਿਆਦਾ ਤਕਲੀਫ ਦਾ ਸਾਹਮਣਾ ਕਰਨਾ ਪਿਆ। ਜਦੋਂ ਉਹਨਾਂ ਨੂੰ ਡਾਕਟਰ ਨੂੰ ਦਿਖਾਇਆ ਤਾਂ ਡਾਕਟਰਸ ਨੇ ਕਲੀਅਰ ਕੀਤਾ ਕਿ ਬਿਨਾਂ ਆਪਰੇਸ਼ਨ ਤੋਂ ਇਹ ਬਿਮਾਰੀ ਠੀਕ ਨਹੀਂ ਹੋ ਸਕਦੀ। ਉਹਨਾਂ ਨੇ ਦਵਾਈਆਂ ਤੇ ਬਹੁਤ ਪੈਸਾ ਖਰਾਬ ਕਰ ਦਿੱਤਾ ਪਰ ਕੋਈ ਆਰਾਮ ਨਹੀਂ ਮਿਲਿਆ। ਇਹ ਸਿਸਟਰ ਲਗਾਤਾਰ ਚਰਚ ਨਾਲ ਜੁੜੇ ਹੋਏ ਹਨ। ਜਦੋਂ ਪਿਛਲੇ ਸਾਲ ਲਾਕਡਾਊਨ ਵਿੱਚ ਮਾਰਚ ਦੇ ਮਹੀਨੇ ਆਨਲਾਈਨ ਮੀਟਿੰਗ ਦੇ ਦੌਰਾਨ ਇਹਨਾਂ ਦੇ ਹਸਬੈਂਡ ਨੇ ਪ੍ਰਭੂ ਦੇ ਦਾਸ ਦੁਆਰਾ ਬੋਲੇ ਗਏ ਹੀਲਿੰਗ ਦੇ ਸ਼ਬਦਾਂ ਨੂੰ ਰਿਸੀਵ ਕੀਤਾ ਅਤੇ ਉਸੇ ਸਮੇਂ ਹੀ ਇਹਨਾਂ ਦੇ ਹਸਬੈਂਡ ਦੀਆਂ ਅੱਖਾਂ ਬਿਲਕੁਲ ਸਾਫ਼ ਹੋ ਗਈਆਂ ਅਤੇ ਉਹਨਾਂ ਦੀਆਂ ਅੱਖਾਂ ਵਿੱਚੋਂ ਉਸੇ ਸਮੇਂ ਬਿਲਕੁਲ ਸਾਫ਼ ਨਜ਼ਰ ਆਉਣ ਲੱਗ ਪਿਆ। ਇਸ ਸਿਸਟਰ ਦੀ ਦੂਜੀ ਗਵਾਹੀ ਇਹ ਹੈ ਕਿ ਇਹਨਾਂ ਨੂੰ 1 ਸਾਲ ਤੋਂ ਦੋਨਾਂ ਅੱਖਾਂ ਵਿੱਚ ਪ੍ਰੋਬਲਮ ਸੀ। ਇਹ ਜ਼ਿਆਦਾ ਸਮੇਂ ਤੱਕ ਨਿਗਾਹ ਲਗਾ ਕੇ ਦੇਖਦੇ ਸੀ ਤਾਂ ਅੱਖਾਂ ਵਿੱਚੋਂ ਪਾਣੀ ਨਿਕਲਣ ਲੱਗ ਜਾਂਦਾ ਸੀ। ਇਹਨਾਂ ਨੇ ਬਹੁਤ ਸਾਰੀਆਂ ਮੈਡੀਸਨ ਲਈਆਂ ਪਰ ਕੋਈ ਫਰਕ ਨਹੀਂ ਪਿਆ। ਪਿਛਲੇ ਸੰਡੇ ਅਨਾਉਂਟਿੰਗ ਆਇਲ ਪ੍ਰੇਅਰ ਦੇ ਦੌਰਾਨ ਇਹਨਾਂ ਨੇ ਮਸਾ ਕੀਤਾ ਹੋਇਆ ਆਇਲ ਆਪਣੀ ਅੱਖਾਂ ਤੇ ਲਗਾਇਆ। ਇਹਨਾਂ ਦੀਆਂ ਅੱਖਾਂ ਉਸੇ ਸਮੇਂ ਠੀਕ ਹੋ ਗਈਆਂ। ਹੁਣ ਇਹਨਾਂ ਦੋਵਾਂ ਗਵਾਹੀਆਂ ਦੇ ਲਈ ਪ੍ਰਭੂ ਦਾ ਧੰਨਵਾਦ ਕਰਦੇ ਹਨ। ਸਿਸਟਰ ਕੀ ਨਾਮ ਤੁਹਾਡਾ? ਸੁਖਵਿੰਦਰ ਕੌਰ, ਕਿੱਥੋਂ ਆਏ ਜੀ? ਨੱਥੂ ਵਾਲੇ ਤੋਂ। ਤੁਸੀਂ ਦੱਸ ਰਹੇ ਹੋ ਕਿ ਤੁਹਾਡੇ ਹਸਬੰਡ ਦੀ ਸੱਜੀ ਅੱਖ ਦੇ ਵਿੱਚ 1.5 ਸਾਲ ਤੋਂ ਚਿੱਟਾ ਮੋਤੀਆ ਸੀਗਾ ਹਾਂਜੀ ਔਰ ਤੁਸੀਂ ਡਾਕਟਰ ਨੂੰ ਦਿਖਾਇਆ ਹਾਂਜੀ ਔਰ ਬਹੁਤ ਜ਼ਿਆਦੀਆਂ ਮੈਡੀਸਨ ਖਾਧੀਆਂ ਹਾਂਜੀ ਪਰ ਕੋਈ ਆਰਾਮ ਨਹੀਂ ਆਇਆ। ਨਹੀਂ ਜੀ ਚਿੱਟੇ ਮੋਤੀਏ ਦਾ ਕਰਕੇ ਤੁਹਾਡੇ ਹਸਬੰਡ ਦੀ ਅੱਖ ਦੇ ਵਿੱਚ ਕਾਫੀ ਤਕਲੀਫ ਆਉਂਦੀ ਸੀਗੀ ਹਾਂਜੀ ਔਰ ਇੱਕ ਦਿਨ ਤੁਸੀਂ ਲੋਕਡਾਊਨ ਦੀ ਸਟਾਰਟਿੰਗ ਦੇ ਵਿੱਚ 2020 ਦੇ ਵਿੱਚ ਹਾਂਜੀ ਤੁਸੀਂ ਆਨਲਾਈਨ ਮੀਟਿੰਗ ਨੂੰ ਅਟੈਂਡ ਕਰ ਰਹੇ ਸੀਗੇ ਹਾਂਜੀ ਔਰ ਉਸ ਆਨਲਾਈਨ ਮੀਟਿੰਗ ਦੇ ਵਿੱਚ ਪਾਸਟਰ ਜੀ ਨੇ ਦੁਸ਼ਟ ਆਤਮਾਵਾਂ ਨੂੰ ਡਾਂਟਿਆ, ਹਾਂਜੀ ਬਿਮਾਰੀਆਂ ਨੂੰ ਡਾਂਟਿਆ ਹਾਂਜੀ ਔਰ ਉਸ ਤੋਂ ਬਾਅਦ ਤੁਹਾਡੇ ਹਸਬੰਡ ਨੇ ਉਸ ਸ਼ਬਦ ਨੂੰ ਰਿਸੀਵ ਕੀਤਾ ਹਾਂਜੀ ਤੇ ਉਸ ਤੋਂ ਬਾਅਦ ਚੈੱਕ ਕੀਤਾ ਤਾਂ ਦੂਸਰੇ ਦਿਨ ਤੁਹਾਡੇ ਹਸਬੰਡ ਬਿਲਕੁਲ ਠੀਕ ਹੋ ਚੁੱਕੇ ਸੀਗੇ। ਹਾਂਜੀ ਕੋਈ ਚਿੱਟਾ ਮੋਤੀਆ ਨਹੀਂ ਸੀਗਾ। ਨਹੀਂ ਜੀ, ਤੁਹਾਡੀ ਦੂਸਰੀ ਗਵਾਹੀ ਇਹ ਕਿ 1 ਸਾਲ ਤੋਂ ਤੁਹਾਡੀ ਦੋਨਾਂ ਅੱਖਾਂ ਦੇ ਵਿੱਚ ਪ੍ਰੋਬਲਮ ਸੀਗੀ ਹਾਂਜੀ ਜਿਸ ਨਾਲ ਜ਼ਿਆਦਾ ਸਮੇਂ ਤੱਕ ਤੁਸੀਂ ਕਿਸੇ ਚੀਜ਼ ਨੂੰ ਦੇਖਦੇ ਸੀਗੇ ਤੁਹਾਡੀਆਂ ਅੱਖਾਂ ਦੇ ਵਿੱਚੋਂ ਪਾਣੀ ਆਉਣ ਲੱਗ ਜਾਂਦਾ ਸੀਗਾ ਹਾਂਜੀ ਔਰ ਤੁਸੀਂ ਬਹੁਤ ਸਾਰੀਆਂ ਮੈਡੀਸਨ ਖਾਧੀਆਂ ਕੋਈ ਫਰਕ ਨਹੀਂ ਪਿਆ। ਹਾਂਜੀ ਤੁਸੀਂ ਸੰਡੇ ਅਨਾਉਂਟਿੰਗ ਆਇਲ ਆਪਣੇ ਘਰ ਦੇ ਵਿੱਚ ਲੈ ਕੇ ਗਏ ਹਾਂਜੀ ਔਰ ਮਸਾ ਕੀਤਾ ਹੋਇਆ ਆਇਲ ਆਪਣੀ ਅੱਖਾਂ ਤੇ ਲਗਾਇਆ ਹਾਂਜੀ ਔਰ ਪਾਸਟਰ ਜੀ ਨੇ ਜਦੋਂ ਬੋਲਿਆ ਕਿ ਤੁਹਾਡੀਆਂ ਬਿਮਾਰੀਆਂ ਤੁਹਾਨੂੰ ਛੱਡ ਕੇ ਜਾ ਰਹੀਆਂ ਉਹਨਾਂ ਸ਼ਬਦਾਂ ਨੂੰ ਤੁਸੀਂ ਰਿਸੀਵ ਕੀਤਾ ਹਾਂਜੀ ਔਰ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਜਾ ਕੇ ਆਪਣੀਆਂ ਅੱਖਾਂ ਨੂੰ ਚੈੱਕ ਕੀਤਾ ਉਸ ਤੋਂ ਬਾਅਦ ਤੁਹਾਡੀਆਂ ਅੱਖਾਂ ਬਿਲਕੁਲ ਫ੍ਰੀ ਹੋ ਚੁੱਕੀਆਂ ਸੀ। ਹਾਂਜੀ ਤੁਹਾਡੀਆਂ ਅੱਖਾਂ ਵਿੱਚ ਹੁਣ ਪਾਣੀ ਤਾਂ ਨਹੀਂ ਨਿਕਲਦਾ। ਨਹੀਂ ਜੀ ਤੁਸੀਂ ਬਾਈਬਲ ਪੜ੍ਹ ਸਕਦੇ ਹੋ? ਹਾਂਜੀ ਬਾਈਬਲ ਲੈ ਕੇ ਜਾਓ ਪੰਜਾਬੀ। ਆਜ ਵਿੱਚ ਪਰਮੇਸ਼ਰ ਦੇ ਆਕਾਸ਼ ਤੋਂ ਧਰਤੀ ਨੂੰ ਉਪਰੰਤ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਸਿਸਟਰ? ਨਹੀਂ ਨਹੀਂ ਹੁਣ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ? ਮੈਨੂੰ ਪਾਣੀ ਦੀ ਬਿਲਕੁਲ ਠੀਕ ਹੋ? ਹਾਂਜੀ ਪਾਣੀ ਤਾਂ ਨਹੀਂ ਨਿਕਲਦਾ ਪਿਆ ਹੁਣ? ਨਹੀਂ ਜੀ ਸਭ ਜਨ ਤਾਰੀਫ ਕਰੋ ਪ੍ਰਭੂ ਦੇ ਨਾਮ ਦੀ, ਸਭ ਜਨ। ਹਾਲੇਲੂਇਆ। ਇਸ ਭੈਣ ਦੀ ਇਹ ਗਵਾਹੀ ਹੈ ਕਿ 5 ਮਹੀਨੇ ਪਹਿਲਾਂ ਇਹਨਾਂ ਦੇ ਲੀਵਰ ਵਿੱਚ ਸੋਜ ਤੇ ਇਨਫੈਕਸ਼ਨ ਹੋ ਗਈ ਸੀ। ਇਹਨਾਂ ਨੇ ਜਦੋਂ ਡਾਕਟਰਾਂ ਤੋਂ ਚੈੱਕ ਕਰਵਾਇਆ ਤਾਂ ਡਾਕਟਰਸ ਨੇ ਇਹਨਾਂ ਨੂੰ ਕੋਰੋਨਾ ਦੇ ਲੱਛਣ ਦੱਸੇ। ਇਹਨਾਂ ਨੂੰ ਡਾਕਟਰਸ ਨੇ ਮੈਡੀਸਨ ਵੀ ਦਿੱਤੀ ਪਰ ਕੋਈ ਫਰਕ ਨਹੀਂ ਪਿਆ ਬਲਕਿ ਇਹਨਾਂ ਦੀ ਪ੍ਰੋਬਲਮ ਵੱਧਦੀ ਗਈ। ਡਾਕਟਰਸ ਦੇ ਦੁਆਰਾ ਇਹਨਾਂ ਦਾ ਖਾਣਾ ਪੀਣਾ ਵੀ ਬੰਦ ਕਰ ਦਿੱਤਾ ਗਿਆ ਸੀ। ਸਿਰਫ ਇਹ ਜੂਸ ਹੀ ਪੀਂਦੇ ਸਨ। ਇਹ ਬਹੁਤ ਪਰੇਸ਼ਾਨ ਸੀ। ਫਿਰ ਇਹਨਾਂ ਨੂੰ ਕਿਸੇ ਨੇ ਫਰੀਦਕੋਟ ਚਰਚ ਬਾਰੇ ਦੱਸਿਆ। ਇਹ ਚਰਚ ਆਏ ਔਰ ਮੈਨ ਆਫ ਗੋਡ ਜੀ ਜਦੋਂ ਵੀ ਸ਼ਬਦ ਬੋਲਦੇ ਕਿ ਲੀਵਰ ਦੀਆਂ ਬਿਮਾਰੀਆਂ ਤੁਹਾਨੂੰ ਛੱਡ ਕੇ ਜਾ ਰਹੀਆਂ ਹਨ, ਇਹ ਪੂਰੇ ਵਿਸ਼ਵਾਸ ਨਾਲ ਉਹਨਾਂ ਸ਼ਬਦਾਂ ਨੂੰ ਰਿਸੀਵ ਕਰਦੇ ਸੀ। ਦੱਸ ਰਹੇ ਹਨ ਕਿ 3 ਮਹੀਨੇ ਹੋ ਚੁੱਕੇ ਬਿਲਕੁਲ ਠੀਕ ਨੇ ਯਿਸੂ ਨਾਮ ਵਿੱਚ। ਸਿਸਟਰ ਕੀ ਨਾਮ ਤੁਹਾਡਾ? ਪਿੰਦਰ ਕੌਰ, ਕਿੱਥੋਂ ਆਏ ਜੀ? ਕੋਟ ਸੁਖੀਆ ਤੋਂ।
ਤੁਸੀਂ ਦੱਸਿਆ ਕਿ 5 ਮਹੀਨੇ ਪਹਿਲਾਂ ਤੁਹਾਡੇ ਲੀਵਰ ਦੇ ਵਿੱਚ ਸੋਜ ਹੋ ਗਈ ਹਾਂਜੀ ਅਤੇ ਇਨਫੈਕਸ਼ਨ ਬਹੁਤ ਜ਼ਿਆਦਾ ਵੱਧ ਗਈ। ਹਾਂਜੀ ਤੁਸੀਂ ਡਾਕਟਰ ਨੂੰ ਚੈੱਕ ਕਰਵਾਇਆ, ਹਾਂਜੀ। ਉਹਨਾਂ ਨੇ ਦੱਸਿਆ ਕਿ ਤੁਹਾਨੂੰ ਕਰੋਨਾ ਦੇ ਲੱਛਣ ਨੇ। ਹਾਂਜੀ ਤੁਸੀਂ ਡਾਕਟਰ ਦੇ ਕੋਲੋਂ ਬਹੁਤ ਸਾਰੀ ਮੈਡੀਸਿਨ ਖਾਧੀ, ਹਾਂਜੀ ਕੋਈ ਆਰਾਮ ਨਹੀਂ ਆ ਰਿਹਾ ਸੀ, ਨਹੀਂ ਪਰ ਡਾਕਟਰ ਤੁਹਾਡੀ ਮੈਡੀਸਿਨ ਵਧਾ ਰਿਹਾ ਸੀਗਾ ਹਾਂਜੀ ਔਰ ਤੁਹਾਡੀ ਖਾਣ ਪੀਣਾ ਵੀ ਤੁਹਾਡਾ ਬੰਦ ਕਰ ਦਿੱਤਾ ਡਾਕਟਰ ਨੇ। ਹਾਂਜੀ ਤੁਸੀਂ ਸਿਰਫ ਲਿਕੁਇਡ ਚੀਜ਼ਾਂ ਪੀਂਦੇ ਸੀਗੇ ਜਿੱਦਾਂ ਕਿ ਜੂਸ, ਹਾਂਜੀ ਔਰ ਤੁਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ। ਤੁਹਾਨੂੰ ਕਿਸੇ ਨੇ ਫਰੀਦਕੋਟ ਚਰਚ ਦੇ ਬਾਰੇ ਦੱਸਿਆ, ਹਾਂਜੀ ਤੁਸੀਂ ਚਰਚ ਦੇ ਵਿੱਚ ਆਏ, ਹਾਂਜੀ ਮੈਨ ਆਫ ਗॉड ਨੇ ਤੁਹਾਡੇ ਉੱਤੇ ਲੇ ਹੈਂਡ ਕੀਤਾ। ਹਾਂਜੀ ਉਸ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਚੈੱਕ ਕੀਤਾ, ਹਾਂਜੀ ਤੁਸੀਂ ਬਿਲਕੁਲ ਫ੍ਰੀ ਹੋ ਚੁੱਕੇ ਸੀ। ਹਾਂਜੀ ਹੁਣ 3 ਮਹੀਨੇ ਹੋ ਗਏ ਹੈ, ਤੁਸੀਂ ਬਿਲਕੁਲ ਠੀਕ ਹੋ ਹਾਂਜੀ ਔਰ ਸਭ ਕੁਝ ਖਾ ਰਹੇ ਹੋ। ਹਾਂਜੀ ਇਸੇ ਤਰ੍ਹਾਂ ਹੀ ਹੈ, ਕੋਈ ਪ੍ਰੋਬਲਮ ਤਾਂ ਨਹੀਂ? ਨਹੀਂ ਕੋਈ ਪ੍ਰੋਬਲਮ ਸਭ ਜਨ ਤਾਰੀਫ ਕਰੋ ਪ੍ਰਭੂ ਦੇ ਨਾਮ ਦੀ, ਸਭ ਜਨ। ਇਹ ਸਿਸਟਰ ਦੱਸ ਰਹੇ ਹਨ ਕਿ ਇਹਨਾਂ ਦੀ ਬੱਚੀ ਦੇ 1 ਮਹੀਨੇ ਤੋਂ ਸਰੀਰ ਉੱਪਰ ਬਹੁਤ ਜ਼ਿਆਦਾ ਐਲਰਜੀ ਸੀ, ਜਿਸ ਕਾਰਨ ਬੱਚੀ ਦੀ ਬਾਡੀ ਤੇ ਵੱਡੇ ਵੱਡੇ ਪਾਣੀ ਦੇ ਫੋੜੇ ਹੋ ਜਾਂਦੇ ਸੀ। ਇਹਨਾਂ ਨੇ ਬਹੁਤ ਜ਼ਿਆਦਾ ਡਾਕਟਰਾਂ ਕੋਲ ਦਵਾਈ ਖਾਧੀ ਪਰ ਕੋਈ ਵੀ ਆਰਾਮ ਨਹੀਂ ਆਇਆ, ਜਿਸ ਕਰਕੇ ਇਹ ਭੈਣ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗ ਪਏ। ਇਹ ਸਿਸਟਰ ਲਗਾਤਾਰ ਚਰਚ ਆ ਰਹੇ ਹਨ। ਪਿਛਲੇ ਸੰਡੇ ਇਹਨਾਂ ਨੇ ਪਾਸਟਰ ਜੀ ਤੋਂ ਲੇ ਹੈਂਡ ਕਰਵਾਈ ਅਤੇ ਅਨੰਟਿੰਗ ਆਇਲ ਆਪਣੀ ਬੱਚੀ ਦੀ ਸਾਰੀ ਬਾਡੀ ਉੱਪਰ ਲਗਾਇਆ। ਲੇ ਹੈਂਡ ਅਤੇ ਅਨੰਟਿੰਗ ਆਇਲ ਲਗਾਉਣ ਤੋਂ ਬਾਅਦ ਇਹ ਸਿਸਟਰ ਦੱਸ ਰਹੇ ਹਨ ਇਹਨਾਂ ਦੀ ਬੱਚੀ ਦੀ ਐਲਰਜੀ ਬਿਲਕੁਲ ਠੀਕ ਹੋ ਗਈ ਹੈ। ਹੁਣ ਇਹ ਬੱਚੀ ਕੋਈ ਦਵਾਈ ਨਹੀਂ ਖਾ ਰਹੀ, ਇਹ ਪੂਰੀ ਤਰ੍ਹਾਂ ਆਪਣੀ ਐਲਰਜੀ ਦੀ ਪ੍ਰੋਬਲਮ ਤੋਂ ਆਜ਼ਾਦ ਹੋ ਚੁੱਕੀ ਹੈ। ਇਸ ਵੱਡੀ ਗਵਾਹੀ ਦੇ ਲਈ ਅਸੀਂ ਪਰਮੇਸ਼ਰ ਦੇ ਨਾਮ ਨੂੰ ਮਹਿਮਾ ਦਿੰਦੇ ਹਾਂ। ਸਿਸਟਰ ਕੀ ਨਾਮ ਤੁਹਾਡਾ? ਗੁਰਪ੍ਰੀਤ ਜੀ, ਕਿੱਥੋਂ ਆਏ ਜੀ? ਦੂਏ ਵਾਲੇ ਤੋਂ ਹੀ। ਤੁਸੀਂ ਦੱਸਿਆ ਕਿ 1 ਮਹੀਨੇ ਤੋਂ ਤੁਹਾਡੀ ਬੱਚੀ ਦੇ ਸਰੀਰ ਤੇ ਐਲਰਜੀ ਹੋ ਗਈ ਸੀ ਹਾਂਜੀ ਔਰ ਵੱਡੇ ਵੱਡੇ ਪਾਣੀ ਦੇ ਫੋੜੇ ਹੋ ਗਏ ਸੀਗੇ ਹਾਂਜੀ ਔਰ ਤੁਸੀਂ ਡਾਕਟਰ ਨੂੰ ਦਿਖਾਇਆ, ਹਾਂਜੀ ਡਾਕਟਰ ਨੇ ਦਵਾਈ ਦਿੱਤੀ, ਹਾਂਜੀ। ਤੁਸੀਂ ਬੱਚੀ ਨੂੰ ਦਵਾਈ ਖਵਾਈ ਪਰ ਕੋਈ ਫਰਕ ਨਹੀਂ ਪੈ ਰਿਹਾ ਸੀਗਾ, ਨਹੀਂ ਜੀ ਕੋਈ ਫਾਇਦਾ ਨਹੀਂ ਹੋ ਰਿਹਾ। ਜਿਸ ਕਰਕੇ ਤੁਸੀਂ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗ ਪਏ। ਹਾਂਜੀ ਤੁਸੀਂ ਲਗਾਤਾਰ ਚਰਚ ਨਾਲ ਜੁੜੇ ਰਹੇ। ਹਾਂਜੀ ਤੁਸੀਂ ਪਿਛਲੇ ਸੰਡੇ ਆਪਣੀ ਬੱਚੀ ਨੂੰ ਚਰਚ ਦੇ ਵਿੱਚ ਲੈ ਕੇ ਆਂਦਾ, ਹਾਂਜੀ ਮੈਨ ਆਫ ਗॉड ਨੇ ਤੁਹਾਡੀ ਬੱਚੀ ਦੇ ਲਈ ਲੇ ਹੈਂਡ ਕੀਤੀ ਹਾਂਜੀ ਔਰ ਅਨੌਂਟਿੰਗ ਆਇਲ ਤੁਹਾਨੂੰ ਦਿੱਤਾ। ਹਾਂਜੀ ਜਿੱਦਾਂ ਤੁਸੀਂ ਅਨੌਂਟਿੰਗ ਆਇਲ ਲਗਾਇਆ ਹਾਂਜੀ ਔਰ ਸ਼ਬਦਾਂ ਦੇ ਉੱਤੇ ਵਿਸ਼ਵਾਸ ਕੀਤਾ, ਹਾਂਜੀ ਤੁਸੀਂ ਦੱਸ ਰਹੇ ਹੋ ਕਿ ਜੋ ਜ਼ਖਮ ਤੁਹਾਡੀ ਬੱਚੀ ਦੀ ਬਾਡੀ ਉੱਤੇ ਸੀਗੇ ਉਹ ਹਾਂਜੀ। ਬਿਲਕੁਲ ਸੁੱਕ ਚੁੱਕੇ ਆ। ਹੁਣ ਹਾਂਜੀ। ਕੋਈ ਪਾਣੀ ਨਹੀਂ, ਬਿਲਕੁਲ ਫ੍ਰੀ ਹੋ ਚੁੱਕੀ ਤੁਹਾਡੀ ਬੱਚੀ। ਹਾਂਜੀ ਜੀ। ਜੋ ਲੱਤ ਦੇ ਉੱਤੇ ਨਿਸ਼ਾਨ ਹੈ, ਸਭ ਜਨ ਤਾਰੀਫ ਕਰੋ, ਸਭ ਜਨ। ਹਾਲੇਲੂਇਆ। ਇਸ ਭੈਣ ਦੀ ਇਹ ਗਵਾਹੀ ਹੈ ਕਿ ਜੇ ਪੇਟ ਵਿੱਚ ਬਹੁਤ ਜ਼ਿਆਦਾ ਦਰਦ ਰਹਿੰਦਾ ਸੀ, ਇਹ ਦਰਦ ਕਮਰ ਵਿੱਚ ਜਾਂਦਾ ਸੀ, ਜਿਸ ਕਰਕੇ ਇਹ ਭੈਣ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗ ਪਏ। ਜਦੋਂ ਇਹ ਭੈਣ ਸਕੈਨ ਕਰਵਾਉਂਦੇ ਸਨ ਤਾਂ ਰਿਪੋਰਟਸ ਵੀ ਨਾਰਮਲ ਆਉਂਦੀ ਸੀ। ਇਹ ਭੈਣ ਲਗਾਤਾਰ ਚਰਚ ਨਾਲ ਜੁੜੇ ਹੋਏ ਹਨ। ਜਦੋਂ ਵੀ ਇਹ ਚਰਚ ਆਉਂਦੇ ਸੀ ਤਾਂ ਪ੍ਰਭੂ ਦੇ ਦਾਸ ਦੁਆਰਾ ਬੋਲੇ ਗਏ ਸ਼ਬਦਾਂ ਨੂੰ ਰਿਸੀਵ ਕਰਦੇ ਕਿ ਤੁਹਾਡੀ ਹਰ ਇੱਕ ਪ੍ਰੋਬਲਮ ਤੁਹਾਨੂੰ ਛੱਡ ਕੇ ਜਾ ਰਹੀ ਆ। ਰਿਸੀਵ ਕੀਤਾ ਇਹ ਭੈਣ ਉਸੇ ਵਕਤ ਉਹਨਾਂ ਸ਼ਬਦਾਂ ਨੂੰ ਰਿਸੀਵ ਕਰਦੇ ਸੀ। ਉਸ ਤੋਂ ਬਾਅਦ 3 ਮਹੀਨੇ ਹੋ ਚੁੱਕੇ ਆ, ਇਹ ਭੈਣ ਬਿਲਕੁਲ ਠੀਕ ਨੇ। ਸਿਸਟਰ ਕੀ ਨਾਮ ਤੁਹਾਡਾ? ਵੀਰਪਾਲ ਜੀ, ਕਿੱਥੋਂ ਆਏ ਜੀ? ਪਿੰਡ ਟੈਣੇ ਤੋਂ ਹੀ। ਤੁਸੀਂ ਦੱਸ ਰਹੇ ਹੋ ਕਿ ਜੋ ਤੁਹਾਡੀ ਉਮਰ 13 ਸਾਲ ਦੀ ਸੀਗੀ, ਹਾਂਜੀ ਤੁਹਾਡੇ ਪੇਟ ਵਿੱਚ ਉਸ ਟਾਈਮ ਤੋਂ ਹੀ ਬਹੁਤ ਜ਼ਿਆਦਾ ਦਰਦ ਰਹਿੰਦਾ ਸੀਗਾ। ਹਾਂਜੀ ਤੁਸੀਂ ਬਹੁਤ ਜ਼ਿਆਦੀਆਂ ਦਵਾਈਆਂ ਖਾਧੀਆਂ ਹਾਂਜੀ। ਪਰ ਕੋਈ ਫਰਕ ਨਹੀਂ ਪੈ ਰਿਹਾ ਸੀ। ਨਹੀਂ ਜੀ। ਪਰ ਦਰਦ ਤੁਹਾਡੀ ਪੇਟ ਦੇ ਵਿੱਚੋਂ ਨਿਕਲ ਕੇ ਤੁਹਾਡੀ ਕਮਰ ਤੱਕ ਜਾਂਦਾ ਸੀਗਾ। ਹਾਂਜੀ ਤੁਸੀਂ ਬਹੁਤ ਜ਼ਿਆਦਾ ਪਰੇਸ਼ਾਨ ਸੀਗੇ। ਹਾਂਜੀ ਜਦੋਂ ਵੀ ਤੁਸੀਂ ਅਲਟਰਾਸਾਊਂਡ ਕਰਾਉਂਦੇ ਸੀਗੇ, ਅਲਟਰਾਸਾਊਂਡ ਨਾਰਮਲ ਆਉਂਦੀ ਸੀਗੀ ਹਾਂਜੀ ਔਰ ਤੁਸੀਂ ਚਰਚ ਦੇ ਵਿੱਚ ਆਉਣਾ ਸਟਾਰਟ ਕੀਤਾ। ਹਾਂਜੀ ਤੁਸੀਂ ਲਗਾਤਾਰ ਚਰਚ ਨਾਲ ਜੁੜੇ ਹੋਏ ਹੋ ਹਾਂਜੀ ਔਰ ਜਦੋਂ ਚਰਚ ਦੇ ਵਿੱਚ ਮੈਨ ਆਫ ਗॉड ਸ਼ਬਦ ਬੋਲਦੇ ਸੀਗੇ, ਤੁਹਾਡੀਆਂ ਬਿਮਾਰੀਆਂ ਤੁਹਾਨੂੰ ਛੱਡ ਕੇ ਜਾ ਰਹੀਆਂ ਨੇ, ਹਾਂਜੀ ਤੁਸੀਂ ਉਹਨਾਂ ਸ਼ਬਦਾਂ ਨੂੰ ਰਿਸੀਵ ਕਰਦੇ ਸੀਗੇ ਹਾਂਜੀ ਔਰ ਤੁਸੀਂ ਦੱਸ ਰਹੇ ਹੋ ਕਿ ਉਹਨਾਂ ਸ਼ਬਦਾਂ ਨੂੰ ਰਿਸੀਵ ਕਰਨ ਤੋਂ ਬਾਅਦ ਤੁਹਾਡਾ ਸਰੀਰ ਬਿਲਕੁਲ ਠੀਕ ਹੋ ਚੁੱਕਾ ਹੈ। ਹਾਂਜੀ। ਤੁਹਾਡੇ ਪੇਟ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ। ਨਹੀਂ ਜੀ। ਤੁਸੀਂ ਬਿਲਕੁਲ ਆਜ਼ਾਦ ਹੋ ਚੁੱਕੇ ਹੋ। ਹਾਂਜੀ ਹੁਣ ਤੁਹਾਡੇ ਕੋਈ ਦਰਦ ਤਾਂ ਨਹੀਂ ਹੁੰਦਾ? ਨਹੀਂ ਜੀ। ਬਿਲਕੁਲ ਠੀਕ ਹੋ। ਹਾਂਜੀ ਸਭ ਜਨ ਤਾਰੀਫ ਕਰੋ ਪ੍ਰਭੂ। ਭੈਣ ਦੀ ਇਹ ਗਵਾਹੀ ਹੈ ਕਿ 6 ਮਹੀਨਿਆਂ ਤੋਂ ਇਹਨਾਂ ਨੂੰ ਸਕਿਨ ਐਲਰਜੀ ਦੀ ਪ੍ਰੋਬਲਮ ਹੋ ਗਈ ਸੀ, ਜਿਸ ਕਰਕੇ ਇਹਨਾਂ ਦੇ ਪੂਰੇ ਫੇਸ ਤੇ ਸਵੈਲਿੰਗ ਹੋ ਜਾਂਦੀ। ਇਹਨਾਂ ਨੇ ਡਾਕਟਰ ਤੋਂ ਦਵਾਈ ਵੀ ਖਾਧੀ ਪਰ ਕੋਈ ਅਸਰ ਨਹੀਂ ਹੋਇਆ। ਇਹ ਭੈਣ ਲਗਾਤਾਰ ਚਰਚ ਆ ਰਹੇ ਹਨ। ਜਦੋਂ ਵੀ ਇਹ ਭੈਣ ਚਰਚ ਆਉਂਦੇ ਤਾਂ ਮੈਨ ਆਫ ਗॉड ਜੀ ਦੁਆਰਾ ਦਿੱਤੇ ਗਏ ਸ਼ਬਦਾਂ ਨੂੰ ਆਪਣੇ ਲਈ ਰਿਸੀਵ ਕਰਦੇ ਅਤੇ ਦੱਸ ਰਿਹਾ ਕਿ ਪਾਸਟਰ ਜੀ ਜਦੋਂ ਵੀ ਇਹ ਸ਼ਬਦ ਬੋਲਦੇ ਕਿ ਤੁਹਾਨੂੰ ਹਰ ਇੱਕ ਬਿਮਾਰੀ ਛੱਡ ਕੇ ਜਾ ਰਹੀ ਹੈ, ਉਹਨਾਂ ਪ੍ਰੋਫੈਟਿਕ ਵਰਡਸ ਨੂੰ ਰਿਸੀਵ ਕਰਨ ਤੋਂ ਬਾਅਦ ਇਹ ਆਪਣੀ 6 ਮਹੀਨਿਆਂ ਦੀ ਬਿਮਾਰੀ ਤੋਂ ਬਿਲਕੁਲ ਆਜ਼ਾਦ ਹੋ ਚੁੱਕੇ ਹਨ। ਇਸ ਵੱਡੀ ਗਵਾਹੀ ਦੇ ਲਈ ਅਸੀਂ ਪਰਮੇਸ਼ਰ ਦੇ ਨਾਮ ਨੂੰ ਮਹਿਮਾ ਦਿੰਦੇ ਹਾਂ। ਆਂਟੀ ਕੀ ਨਾਮ ਤੁਹਾਡਾ? ਮਨਜੀਤ ਕੌਰ, ਕਿੱਥੋਂ ਆਏ ਜੀ? ਮੱਲਣ ਤੋਂ।
ਤੁਸੀਂ ਦੱਸ ਰਹੇ ਹੋ ਕਿ 6 ਮਹੀਨੇ ਪਹਿਲਾਂ ਤੁਹਾਡੇ ਮੂੰਹ ਤੇ ਸੋਜ ਪੈ ਗਈ ਸੀਗੀ ਹਾਂਜੀ ਔਰ ਤੁਹਾਡਾ ਮੂੰਹ ਪੂਰੀ ਤਰ੍ਹਾਂ ਨਾਲ ਸੁੱਜ ਗਿਆ ਸੀਗਾ, ਹਾਂਜੀ ਤੁਹਾਨੂੰ ਐਲਰਜੀ ਹੋ ਗਈ ਸੀਗੀ ਹਾਂਜੀ ਔਰ ਤੁਸੀਂ ਲਗਾਤਾਰ ਚਰਚ ਨਾਲ ਵਿੱਚ ਜੁੜੇ ਰਹੇ। ਹਾਂਜੀ ਤੁਸੀਂ ਮੈਨ ਆਫ ਗॉड ਤੋਂ ਪ੍ਰਾਰਥਨਾ ਕਰਵਾਈ, ਹਾਂਜੀ ਪ੍ਰਾਰਥਨਾ ਕਰਵਾਉਣ ਤੋਂ ਬਾਅਦ ਤੁਸੀਂ ਬਿਲਕੁਲ ਫ੍ਰੀ ਹੋ ਚੁੱਕੇ ਹੋ। ਹਾਂਜੀ ਹੁਣ ਤੁਹਾਡੇ ਫੇਸ ਤੇ ਕੋਈ ਐਲਰਜੀ ਤਾਂ ਨਹੀਂ, ਨਹੀਂ ਜੀ ਕੋਈ ਸੋਜ ਤਾਂ ਨਹੀਂ, ਨਹੀਂ ਤੁਸੀਂ ਆਜ਼ਾਦ ਹੋ। ਹਾਂਜੀ ਸਭ ਜਨ ਤਾਰੀਫ ਕਰੋ ਪ੍ਰਭੂ ਦੇ ਨਾਮ ਦੀ। ਹਾਲੇਲੂਇਆ। ਇਸ ਭੈਣ ਦੀ ਇਹ ਗਵਾਹੀ ਹੈ ਕਿ 3 ਹਫ਼ਤਿਆਂ ਤੋਂ ਇਹਨਾਂ ਦੇ ਪੈਰਾਂ ਵਿੱਚ ਬਹੁਤ ਵੱਡੇ ਛਾਲੇ ਹੋ ਗਏ ਸਨ ਅਤੇ ਛਾਲਿਆਂ ਵਿੱਚੋਂ ਪਾਣੀ ਨਿਕਲਦਾ ਸੀ। ਇਹਨਾਂ ਨੂੰ ਚੱਲਣ ਫਿਰਨ ਵਿੱਚ ਬਹੁਤ ਪ੍ਰੋਬਲਮ ਆਉਂਦੀ ਸੀ। ਇਹ ਕੋਈ ਵੀ ਘਰ ਦਾ ਕੰਮ ਸਹੀ ਤਰੀਕੇ ਨਾਲ ਕਰ ਨਹੀਂ ਸੀ ਪਾਉਂਦੇ, ਜਿਸ ਕਰਕੇ ਭੈਣ ਪਰੇਸ਼ਾਨ ਰਹਿਣ ਲੱਗ ਪਏ। ਇਹਨਾਂ ਨੇ ਕੋਈ ਦਵਾਈ ਨਹੀਂ ਖਾਧੀ ਤੇ ਪਰਮੇਸ਼ਰ ਦੇ ਉੱਪਰ ਵਿਸ਼ਵਾਸ ਰੱਖਿਆ ਤੇ ਲਗਾਤਾਰ ਚਰਚ ਨਾਲ ਜੁੜੇ ਰਹੇ। ਜਦੋਂ ਇਹ ਭੈਣ ਵੀਰਵਾਰ ਕਰੂਸਡ ਤੇ ਆਏ ਤਾਂ ਮੈਨ ਆਫ ਗॉड ਜੀ ਨੇ ਪ੍ਰੋਫੈਟਿਕ ਸ਼ਬਦ ਬੋਲੇ ਕਿ ਤੁਸੀਂ ਹਰ ਇੱਕ ਬਿਮਾਰੀ ਤੋਂ ਫ੍ਰੀ ਹੋਣ ਜਾ ਰਹੇ ਹੋ। ਇਹਨਾਂ ਨੇ ਉਹਨਾਂ ਪ੍ਰੋਫੈਟਿਕ ਸ਼ਬਦਾਂ ਨੂੰ ਰਿਸੀਵ ਕੀਤਾ ਤਾਂ ਉਸੇ ਦਿਨ ਰਾਤ ਨੂੰ ਇਹਨਾਂ ਨੇ ਆਪਣੇ ਆਪ ਨੂੰ ਚੈੱਕ ਕੀਤਾ, ਉਹ ਛਾਲੇ ਬਿਲਕੁਲ ਸੁੱਕ ਚੁੱਕੇ ਸਨ ਯੀਸ਼ੂ ਨਾਮ ਵਿੱਚ। ਨਾਮ ਕੀ ਤੁਹਾਡਾ ਸਿਸਟਰ? ਸੁਨੀਤਾ ਕਿੱਥੋਂ ਆਏ ਜੀ? ਫਰੀਦਕੋਟ ਤੋਂ। ਤੁਸੀਂ ਦੱਸ ਰਹੇ ਹੋ ਕਿ 3 ਹਫ਼ਤਿਆਂ ਤੁਹਾਡੇ ਪੈਰਾਂ ਦੇ ਵਿੱਚ ਛਾਲੇ ਹੋ ਗਏ ਸੀਗੇ, ਹਾਂਜੀ ਤੁਹਾਨੂੰ ਚੱਲਣ ਫਿਰਨ ਦੇ ਵਿੱਚ ਕਾਫੀ ਪ੍ਰੋਬਲਮ ਆਉਂਦੀ ਸੀਗੀ, ਹਾਂਜੀ ਤੁਸੀਂ ਘਰ ਦਾ ਕੋਈ ਵੀ ਕੰਮ ਨਹੀਂ ਕਰ ਸਕਦੇ ਸੀਗੇ, ਨਹੀਂ ਜੀ ਤੁਸੀਂ ਡਾਕਟਰ ਦੇ ਕੋਲ ਦਵਾਈ ਖਾਧੀ ਪਰ ਕੋਈ ਫਰਕ ਨਹੀਂ ਪਿਆ ਨਹੀਂ ਜੀ ਔਰ ਤੁਸੀਂ ਲਗਾਤਾਰ ਚਰਚ ਦੇ ਨਾਲ ਜੁੜੇ ਰਹੇ। ਹਾਂਜੀ ਜਦੋਂ 2 ਤਰੀਕ ਦਾ ਕਰੂਸਡ ਆਇਆ, ਹਾਂਜੀ ਕਰੂਸਡ ਦੇ ਵਿੱਚ ਮੈਨ ਆਫ ਗॉड ਨੇ ਪ੍ਰੋਫੈਟਿਕ ਵਰਡ ਬੋਲੇ ਕਿ ਹਾਂਜੀ। ਤੁਹਾਡੀਆਂ ਬਿਮਾਰੀਆਂ ਤੁਹਾਨੂੰ ਛੱਡ ਕੇ ਜਾ ਰਹੀਆਂ ਨੇ, ਹਾਂਜੀ। ਤੁਸੀਂ ਫ੍ਰੀ ਹੋ ਰਹੇ ਹੋ। ਤੁਸੀਂ ਉਹਨਾਂ ਸ਼ਬਦਾਂ ਨੂੰ ਰਿਸੀਵ ਕੀਤਾ ਹਾਂਜੀ। ਔਰ ਉਹਨਾਂ ਸ਼ਬਦਾਂ ਨੂੰ ਰਿਸੀਵ ਕਰਨ ਤੋਂ ਬਾਅਦ ਜਦੋਂ ਤੁਸੀਂ ਆਪਣੇ ਪੈਰਾਂ ਨੂੰ ਚੈੱਕ ਕੀਤਾ, ਹਾਂਜੀ। ਤੁਸੀਂ ਬਿਲਕੁਲ ਆਜ਼ਾਦ ਹੋ ਚੁੱਕੇ ਸੀਗੇ। ਹਾਂਜੀ ਹਾਲੇਲੂਇਆ। ਇਸ ਸਿਸਟਰ ਦੀ ਇਹ ਗਵਾਹੀ ਹੈ ਕਿ 1 ਮਹੀਨੇ ਪਹਿਲਾਂ ਇਸ ਸਿਸਟਰ ਨੂੰ ਪੇਟ ਦੀ ਸਮੱਸਿਆ ਹੋ ਗਈ ਸੀ, ਜਿਸ ਕਰਕੇ ਇਹਨਾਂ ਦੇ ਪੇਟ ਵਿੱਚ ਬਹੁਤ ਤੇਜ਼ ਦਰਦ ਹੁੰਦਾ ਸੀ। ਅਗਰ ਕੁਝ ਖਾਂਦੇ ਪੀਂਦੇ ਤਾਂ ਵੋਮਿਟਿੰਗ ਆ ਜਾਂਦੀ ਸੀ। ਇਹਨਾਂ ਨੇ 3 ਡਾਕਟਰ ਤੋਂ ਮੈਡੀਸਨ ਖਾਧੀ ਪਰ ਕੋਈ ਆਰਾਮ ਨਹੀਂ ਆਇਆ। ਇਹ ਭੈਣ ਲਗਾਤਾਰ ਚਰਚ ਨਾਲ ਜੁੜੇ ਹੋਏ ਹਨ। ਜਦੋਂ ਇਹ ਸਿਸਟਰ 15 ਅਗਸਤ ਨੂੰ ਪਰਮੇਸ਼ਰ ਦੇ ਭਵਨ ਵਿੱਚ ਆਏ ਤਾਂ ਮੈਨ ਆਫ ਗॉड ਜੀ ਨੇ ਇਹਨਾਂ ਦੇ ਵਿਸ਼ੇ ਵਿੱਚ ਪ੍ਰੋਫੈਸੀ ਕੀਤੀ ਕਿ ਇੱਥੇ ਕੋਈ ਸਿਸਟਰ ਹਨ ਜਿਨ੍ਹਾਂ ਦੇ ਪੇਟ ਨੂੰ ਦੁਸ਼ਟ ਆਤਮਾ ਨੇ ਜਕੜਿਆ ਹੋਇਆ ਹੈ ਅਤੇ ਜਦੋਂ ਵੀ ਕੁਝ ਖਾਂਦੇ ਪੀਂਦੇ ਹਨ ਤਾਂ ਵੋਮਿਟਿੰਗ ਆ ਜਾਂਦੀ ਹੈ। ਤਾਂ ਇਹ ਸਿਸਟਰ ਉਸੇ ਵਕਤ ਅੱਗੇ ਆਏ ਅਤੇ ਮੈਨ ਆਫ ਗॉड ਜੀ ਤੋਂ ਲੇ ਹੈਂਡ ਪ੍ਰੇਅਰ ਕਰਵਾਈ। ਹੁਣ ਇਹ ਸਿਸਟਰ ਦੱਸ ਰਹੇ ਹਨ ਕਿ ਇਹ ਲੇ ਹੈਂਡ ਪ੍ਰੇਅਰ ਤੋਂ ਬਾਅਦ ਇਹ ਪੂਰੀ ਤਰ੍ਹਾਂ ਆਪਣੀ ਪ੍ਰੋਬਲਮ ਤੋਂ ਫ੍ਰੀ ਹੋ ਚੁੱਕੇ ਹਨ। ਇਸ ਵੱਡੀ ਗਵਾਹੀ ਦੇ ਲਈ ਅਸੀਂ ਪਰਮੇਸ਼ਰ ਦੇ ਨਾਮ ਨੂੰ ਧੰਨਵਾਦ ਦਿੰਦੇ ਹਾਂ। ਸਿਸਟਰ ਕੀ ਨਾਮ ਤੁਹਾਡਾ? ਅਰਸ਼ ਕਿੱਥੋਂ ਆਏ ਜੀ? ਮੱਲਨ ਤੋਂ। ਤੁਸੀਂ ਦੱਸ ਰਹੇ ਹੋ ਕਿ 1 ਮਹੀਨੇ ਪਹਿਲਾਂ ਤੁਹਾਡੇ ਪੇਟ ਵਿੱਚ ਸਮੱਸਿਆ ਹੋ ਗਈ ਸੀ, ਹਾਂਜੀ ਤੁਹਾਡੇ ਪੇਟ ਵਿੱਚ ਬਹੁਤ ਜ਼ਿਆਦਾ ਦਰਦ ਰਹਿੰਦਾ ਸੀਗਾ, ਹਾਂਜੀ ਜੋ ਤੁਸੀਂ ਕੁਝ ਖਾਂਦੇ ਸੀ ਤੁਹਾਨੂੰ ਵੋਮਟਿੰਗ ਆਉਂਦੀ ਸੀਗੀ ਹਾਂਜੀ ਔਰ ਤੁਸੀਂ ਮੈਡੀਸਨ ਖਾਧੀ ਪਰ ਕੋਈ ਫਰਕ ਨਹੀਂ ਪਿਆ। ਹਾਂਜੀ ਤੁਸੀਂ ਲਗਾਤਾਰ ਚਰਚ ਨਾਲ ਜੁੜੇ ਰਹੇ। ਹਾਂਜੀ 15 ਅਗਸਤ ਨੂੰ ਤੁਸੀਂ ਚਰਚ ਦੇ ਵਿੱਚ ਆਏ, ਮੈਨ ਆਫ ਗॉड ਨੇ ਸ਼ਬਦ ਬੋਲੇ ਕਿ ਇੱਥੇ ਕੋਈ ਸਿਸਟਰ ਹੈ ਜਿਸ ਦੇ ਪੇਟ ਨੂੰ ਦੁਸ਼ਟ ਆਤਮਾਵਾਂ ਨੇ ਜਕੜਿਆ ਹੈ। ਹਾਂਜੀ ਤੁਸੀਂ ਮੈਨ ਆਫ ਗॉड ਤੋਂ ਲੇ ਹੈਂਡ ਕਰਵਾਉਣ ਦੇ ਲਈ ਪੁਲਪਟ ਤੇ ਆਏ। ਮੈਨ ਆਫ ਗॉड ਨੇ ਤੁਹਾਡੇ ਲਈ ਲੇ ਹੈਂਡ ਕੀਤੀ। ਲੇ ਹੈਂਡ ਕਰਨ ਤੋਂ ਬਾਅਦ ਦੁਸ਼ਟ ਆਤਮਾ ਨੂੰ ਤੁਹਾਡੀ ਬੋਡੀ ਦੇ ਵਿੱਚੋਂ ਡੰਟਿਆ ਔਰ ਤੁਸੀਂ ਉਸ ਦਿਨ ਤੋਂ ਲੈ ਕੇ ਅੱਜ ਤੱਕ ਤੁਸੀਂ ਬਿਲਕੁਲ ਫ੍ਰੀ ਹੋ। ਹਾਂਜੀ ਹੁਣ ਤੁਸੀਂ ਖਾਣਾ ਸਹੀ ਤਰੀਕੇ ਨਾਲ ਖਾ ਰਹੇ ਹੋ, ਹਾਂਜੀ ਕੋਈ ਵੋਮਟਿੰਗ ਤਾਂ ਨਹੀਂ ਆਉਂਦੀ, ਨਹੀਂ ਜੀ ਬਿਲਕੁਲ ਆਜ਼ਾਦ ਹੋ ਚੁੱਕੇ ਹੋ। ਹਾਂਜੀ। ਸਭ ਜਨ ਤਾਰੀਫ ਕਰੋ ਪ੍ਰਭੂ ਦੇ ਨਾਮ ਦੀ। ਹਾਲੇਲੂਇਆ। ਇਸ ਭੈਣ ਦੀ ਇਹ ਗਵਾਹੀ ਹੈ ਕਿ 1 ਸਾਲ ਤੋਂ ਇਹਨਾਂ ਦੇ ਬੇਟੇ ਅਤੇ ਬੇਟੀ ਦੀ ਪੂਰੀ ਬਾਡੀ ਤੇ ਖਾਰਿਸ਼ ਹੋਣ ਦੇ ਕਾਰਨ ਜ਼ਖਮ ਹੋ ਗਏ। ਜ਼ਖਮਾਂ ਵਿੱਚੋਂ ਪਾਣੀ, ਖੂਨ ਅਤੇ ਰੇਸ਼ਾ ਨਿਕਲਦਾ ਹੁੰਦਾ ਸੀ, ਜਿਸ ਕਰਕੇ ਇਹਨਾਂ ਦੇ ਬੱਚਿਆਂ ਨੂੰ ਬਹੁਤ ਜ਼ਿਆਦਾ ਦਰਦ ਵੀ ਹੁੰਦਾ ਸੀ। ਇਹਨਾਂ ਨੇ ਬਹੁਤ ਸਾਰੀਆਂ ਦਵਾਈਆਂ ਖਾਧੀਆਂ, ਇੰਜੈਕਸ਼ਨ ਵੀ ਲਗਵਾਏ ਪਰ ਕੋਈ ਫਰਕ ਨਹੀਂ ਪਿਆ। ਇਹਨਾਂ ਨੂੰ ਬਹੁਤ ਸਾਰੇ ਲੋਕ ਕਹਿੰਦੇ ਸਨ ਕਿ ਤੁਸੀਂ ਜਾਦੂ ਟੂਣਾ ਕਰਵਾ ਲਓ, ਪਰ ਇਹਨਾਂ ਨੇ ਕੋਈ ਟੂਣਾ ਨਹੀਂ ਕਰਵਾਇਆ, ਬਸ ਪਰਮੇਸ਼ਰ ਤੇ ਵਿਸ਼ਵਾਸ ਰੱਖਿਆ। ਤੇ ਜਦ ਵੀ ਮੈਨ ਆਫ ਗॉड ਜੀ ਸ਼ਬਦ ਬੋਲਦੇ ਕਿ ਤੁਹਾਡੇ ਜ਼ਖਮ ਸੁੱਕਣ ਜਾ ਰਹੇ ਹਨ ਤਾਂ ਇਹ ਭੈਣ ਆਪਣੇ ਬੱਚਿਆਂ ਲਈ ਉਹਨਾਂ ਸ਼ਬਦਾਂ ਨੂੰ ਰਿਸੀਵ ਕਰਦੇ। ਹੁਣ ਇਹ ਸਿਸਟਰ ਦੱਸ ਰਹੇ ਹਨ ਕਿ ਇਹਨਾਂ ਦੇ ਬੱਚੇ 1 ਹਫ਼ਤਾ ਹੋ ਚੁੱਕਿਆ ਹੈ, ਪੂਰੀ ਚੰਗੀ ਤਰ੍ਹਾਂ ਠੀਕ ਹਨ, ਕੋਈ ਵੀ ਹੁਣ ਬਾਡੀ ਤੇ ਜ਼ਖਮ ਨਹੀਂ ਹਨ। ਇਸ ਵੱਡੀ ਗਵਾਹੀ ਦੇ ਲਈ ਅਸੀਂ ਪਰਮੇਸ਼ਰ ਦੇ ਨਾਮ ਨੂੰ ਮਹਿਮਾ ਦਿੰਦੇ ਹਾਂ। ਸਿਸਟਰ ਕੀ ਨਾਮ ਤੁਹਾਡਾ? ਕਿਰਨਦੀਪ ਕਿੱਥੋਂ ਆਏ ਜੀ? ਸੰਧਮਾ। ਤੁਸੀਂ ਦੱਸ ਰਹੇ ਕਿ 1 ਸਾਲ ਤੋਂ ਤੁਹਾਡੇ ਬੇਟੇ ਔਰ ਬੇਟੀ ਦੀ ਬਾਡੀ ਤੇ ਖਾਰਸ਼ ਹੋ ਗਈ ਸੀ, ਜਿਸ ਦਾ ਕਰਕੇ ਜ਼ਖਮ ਬਣ ਗਏ ਸੀ। ਹਾਂਜੀ ਤੁਸੀਂ ਜ਼ਖਮਾਂ ਦੇ ਲਈ ਬਹੁਤ ਜ਼ਿਆਦੀਆਂ ਦਵਾਈਆਂ ਖਾਧੀਆਂ ਆਪਣੇ ਬੱਚਿਆਂ ਦੇ ਲਈ, ਹਾਂਜੀ ਤੁਸੀਂ ਬਹੁਤ ਜ਼ਿਆਦਾ ਡਾਕਟਰ ਬਦਲੇ ਹਾਂਜੀ ਪਰ ਜ਼ਖਮਾਂ ਦੇ ਕੋਈ ਵੀ ਫਰਕ ਨਹੀਂ ਪੈ ਰਿਹਾ ਸੀਗਾ, ਜ਼ਖਮਾਂ ਦੇ ਵਿੱਚ ਰੇਸ਼ਾ ਪੈ ਰਿਹਾ ਸੀਗਾ। ਹਾਂਜੀ ਤੁਸੀਂ ਦੱਸ ਰਹੇ ਹੋ ਕਿ ਤੁਹਾਨੂੰ ਬਹੁਤ ਸਾਰੇ ਲੋਕ ਸਲਾਹਾਂ ਦਿੰਦੇ ਸੀ ਕਿ ਤੁਸੀਂ ਜਾਦੂ ਟੂਣਾ ਕਰਵਾ ਲਓ, ਹਾਂਜੀ ਤੁਸੀਂ ਕਿਤੇ ਟੂਣਾ ਰੱਖ ਦਿਓ ਤੁਹਾਡੇ ਬੱਚੇ ਠੀਕ ਹੋ ਜਾਣਗੇ। ਹਾਂਜੀ
ਪਰ ਤੁਸੀਂ ਕਿਸੇ ਦੀ ਕੋਈ ਵੀ ਸਲਾਹ ਨੂੰ ਨਹੀਂ ਮੰਨਿਆ। ਹਾਂਜੀ ਤੁਸੀਂ ਪਰਮੇਸ਼ਵਰ ਤੇ ਭਰੋਸਾ ਰੱਖਿਆ। ਹਾਂਜੀ ਤੁਸੀਂ ਲਗਾਤਾਰ ਚਰਚ ਦੇ ਨਾਲ ਜੁੜੇ ਰਹੇ। ਹਾਂਜੀ ਔਰ ਮੈਨ ਆਫ ਗॉड ਜਦੋਂ ਸ਼ਬਦ ਬੋਲਦੇ ਸੀਗੇ ਤੁਹਾਡੀਆਂ ਬਿਮਾਰੀਆਂ ਤੁਹਾਨੂੰ ਛੱਡ ਕੇ ਜਾ ਰਹੀਆਂ ਨੇ। ਤੁਸੀਂ ਫ੍ਰੀ ਹੋ ਰਹੇ ਹੋ। ਤੁਸੀਂ ਉਹਨਾਂ ਸ਼ਬਦਾਂ ਨੂੰ ਰਿਸੀਵ ਕਰਦੇ ਸੀ ਆਪਣੇ ਬੱਚਿਆਂ ਦੇ ਲਈ। ਹਾਂਜੀ ਤੁਸੀਂ ਹੁਣ ਲਿਖਿਆ ਹੈ ਕਿ 1 ਹਫ਼ਤਾ ਹੋ ਗਿਆ ਹੈ ਤੁਹਾਡੇ ਬੱਚੇ ਬਿਲਕੁਲ ਫ੍ਰੀ ਹੋ ਚੁੱਕੇ ਨੇ। ਹਾਂਜੀ ਹੁਣ ਕੋਈ ਖਾਸ ਤਾਂ ਨਹੀਂ ਹੁੰਦੀ ਤੁਹਾਡੇ ਬੱਚਿਆਂ ਦੇ। ਨਹੀਂ ਜੀ ਬਿਲਕੁਲ ਆਜ਼ਾਦ ਹੈ। ਹਾਂਜੀ ਸਭ ਜਨ ਤਾਰੀਫ ਕਰੋ ਇਸ ਵੱਡੀ ਗਵਾਹੀ ਦੇ ਲਈ।